ਨਛੱਤਰ ਸਿੰਘ। ਨਛੱਤਰ ਜੀ ਅੱਜ ਤੁਸੀਂ ਇਕੱਠੇ ਹੋਏ ਹੋ, ਬਰਨਾਲਾ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਟ੍ਰਿਪਲ ਮਰਡਰ ਕੇਸ। ਕੀ ਗੱਲ ਹੈ ਸਰ, ਤੁਸੀਂ ਕਿਵੇਂ ਆਏ, ਕੀ ਗੱਲ ਹੈ ਸਰ? ਆਇਆ ਜੀ, ਇਹਨਾਂ ਨੇ ਸਾਡਾ ਪਰਿਵਾਰ, ਮੇਰੀ ਧੀ, ਮੇਰਾ ਦੋਤਾ ਤੇ ਮੇਰੀ ਦੋਤੀ ਇਹਨੇ ਖਤਮ ਕਰਤੇ ਜੀ। ਇਸ ਬੰਦੇ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਜੀ, ਉੱਥੋਂ ਪੈਸਾ ਵਰਤਦਾ ਸੀ। ਮੈਂ ਤੁਹਾਡੀ ਪੈਲੀ ਵਿਕਾ ਕੇ ਵੀ ਤੁਹਾਨੂੰ ਉੱਥੇ ਪਲਾਟਾਂ ਵਾਲੀ ਦਵਾ ਦਿੰਦਾ, ਉਹ ਦਵਾ ਕੇ ਉਹ ਵਿਕਾ ਕੇ ਗਾਹਾਂ ਆਪਦੇ ਪਤਾ ਨਹੀਂ ਖਾਤੇ 'ਚ ਕਰਾਏ ਜੀ ਪੈਸੇ, ਪਤਾ ਨਹੀਂ ਕਿਵੇਂ, ਤੇ ਸਾਰੇ ਪੈਸੇ ਜਾਨੀ ਜੀ ਆਪਦੇ ਹੱਥ ਥੱਲੇ ਕਰ ਲਏ ਇਸਨੇ। ਇਹ ਕੁਲਵੰਤ ਸਿੰਘ ਨੇ, ਕੰਤੀ ਨੇ। ਤੇ ਉਸ ਤੋਂ ਬਾਅਦ ਜੀ ਆਪਦੇ ਘਰੇ ਹੁਣ ਕੋਠੀ ਵੀ ਪਾਈ ਆ, 60-70 ਲੱਖ ਰੁਪਈਆ ਲਾਇਆ, ਤੇ ਆ ਤੀਜੀ ਗੱਡੀ ਵੀ ਨਵੀਂ ਕਢਾ ਕੇ ਲਿਆਇਆ, ਤੇ 30 ਲੱਖ ਰੁਪਈਆ 35 ਮੁੰਡੇ ਤੇ ਲਾਇਆ ਬਾਹਰ ਜਾਣ ਤੇ ਹੋਰ ਵੀ ਜਾਣੀ ਜੀ ਦੁਕਾਨ 'ਚ ਵੀ 5-6 ਲੱਖ ਰੁਪਈਆ ਪਾਇਆ ਜੀ ਇਸਨੇ। ਕਿਤੇ ਇਹਦੇ 2 ਡੱਬੇ ਹੁੰਦੇ ਸੀ ਦੁਕਾਨ 'ਚ। ਤੁਹਾਡੀ ਪਹਿਲਾਂ ਕਦੀ ਗੱਲ ਹੋਈ? ਨਹੀਂ, ਮੇਰੀ ਕਾਂਤੀ ਨੂੰ ਤਾਂ ਮੈਂ ਜਾਣਦਾ ਤੱਕ ਵੀ ਨਹੀਂ ਸੀ ਜੀ। ਹੁਣ ਧੀ ਕੋਲੇ ਤਾਂ ਮੈਂ ਆਉਂਦਾ ਸੀ ਮਹੀਨੇ ਬਾਅਦ। ਕੋਈ ਗੱਲ ਕੋਈ ਪਹਿਲਾਂ ਕੋਈ ਹਰਕਤ? ਨਹੀਂ, ਗੱਲ ਮੇਰੇ ਕੋਲੇ ਕੁਛ ਨਹੀਂ ਦੱਸੀ ਜੀ। ਮੈਂ ਕਹਿੰਦੇ ਵੀ ਸਾਡਾ ਦੁੱਧ ਲਾਇਆ ਬਹਿ ਇਹ ਨਹੀਂ ਪਤਾ ਜੀ ਕੋਈ ਦੁੱਧ 'ਚ ਚੀਜ਼ ਦੇ ਕੇ ਉਹਨਾਂ ਨੂੰ ਬੇਹੋਸ਼ ਕਰਕੇ ਲਗਿਆ ਜਾਂ ਕਿਵੇਂ ਕਤਲ ਕਿਵੇਂ ਕੀਤਾ ਜੀ ਇਹਨੇ? ਕਤਲ ਜੀ ਹੁਣ ਉੱਥੇ ਜਾ ਕੇ ਤਾਂ ਧੱਕਾ ਦਿੱਤਾ ਜੀ ਇਸਨੇ ਨਹਿਰ ਤੇ। ਇਹਨਾਂ ਨੂੰ ਪਹਿਲਾਂ ਦੋਨੇ ਕੁੜੀਆਂ ਨੂੰ ਧੱਕਾ ਦੇਤਾ, ਕਹਿੰਦੇ ਤਿਲਕ ਗਿਆ ਤੇ ਵੀ ਮਗਰੋਂ ਮੁੰਡੇ ਨੂੰ ਕਹਿੰਦਾ ਵੀ ਆ ਭਾਲ ਗਏ, ਤੇ ਉਹ ਮੁੰਡਾ ਜਦੋਂ ਸਮਝ ਜਾਂਦਾ ਸੀ ਉਹਨੂੰ ਵੀ ਧੱਕਾ ਦੇ ਕੇ ਇਹਨੇ। ਇਹ ਤਾਂ ਜੀ ਦੇਖੋ, ਇਹ ਗੱਲ ਆ। ਤੁਸੀਂ ਕੀ ਚਾਹੁੰਦੇ ਹੋਣਗੇ ਤੁਸੀਂ? ਅਸੀਂ ਇਹ ਚਾਹੁੰਦੇ ਹਾਂ ਜੀ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਹ ਦੋਸ਼ੀ ਜੀ, ਇੱਕ ਇਹਦਾ ਪਿਓ ਕੁਲਵੰਤ ਦਾ, ਤੇ ਇੱਕ ਘਰ ਵਾਲੀ, ਤੇ ਇੱਕ ਮੁੰਡਾ। ਤੁਹਾਡੀ ਲੜਕੀ ਕੋਲ ਕਿੰਨੀ ਜ਼ਮੀਨ ਸੀ ਟੋਟਲ? ਪੌਣੇ 7 ਕਿੱਲੇ ਸੀ ਜੀ ਪੈਲੀ ਦੇ। ਹੁਣ ਕਿੰਨੀ ਰਹੀ? ਹੁਣ ਤਾਂ ਕੋਈ ਸਾਨੂੰ ਪਟਵਾਰੀ ਤੋਂ ਪਤਾ ਲੱਗੂ ਜੀ, ਮੇਰੇ ਹਿਸਾਬ ਨਾਲ ਤਾਂ ਪੈਲੀ ਕੋਈ ਹੈ ਨਹੀਂ ਜੀ। ਇਹਨਾਂ ਦੀਆਂ ਬੋਡੀਆਂ ਤੁਹਾਨੂੰ ਬਰਾਮਦ ਹੋ ਗਈਆਂ, ਤੁਹਾਨੂੰ ਕੀ ਨਾ ਜੀ, ਸਾਨੂੰ ਤਾਂ ਗੋਤਾਖੋਰਾਂ ਨੇ ਉੱਥੋਂ ਜਾਣੀ ਦੀ ਪਾਇਆ, ਪੁਲਿਸ ਵੀ ਤਾਂ ਅਜੇ ਤੱਕ ਸਾਨੂੰ ਕੁਝ ਰਾਹ ਦੇ ਨਹੀਂ ਰਹੀ। ਨਾ ਜੀ, ਮਿਲ ਗਿਆ ਨਹੀਂ, ਕਹਿੰਦੇ ਸੰਸਕਾਰ ਕਰਤਾ ਉੱਥੇ, ਐਂ ਕਰਤਾ, ਸਾਨੂੰ ਨਹੀਂ ਮਿਲਿਆ। ਦੇਖੋ ਜੀ, ਜਿਹੜੀ ਅਸੀਂ ਪਹਿਲਾਂ ਤੋਂ ਲੈ ਕੇ ਅਸੀਂ ਦੇਖਿਆ ਗਾ ਤੇ ਪੁਲਿਸ ਨਾਲ ਮਿਲੇ ਆ ਹੁਣ ਤੱਕ, ਤੇ ਸਾਨੂੰ ਇੱਕ ਝੂਠੀ ਕਹਾਣੀ ਬਣਾ ਕੇ ਸਾਰੀ ਗਲਤੀ ਦੱਸੀ ਜਾ ਰਹੀ ਆ ਵੀ ਧੱਕਾ ਮਾਰਿਆ ਜਾਂ ਕੋਈ ਆਹ ਕਰ ਲਿਆ। ਇਹ ਦੇਖੋ, ਉਹ ਦੱਸ ਰਿਹਾ ਪੁਲਿਸ ਨੂੰ ਵੀ ਮੈਂ ਐਂ ਕੀਤਾ ਗਾ, ਪਰ ਸਾਨੂੰ ਇਸ ਗੱਲ 'ਤੇ ਕੋਈ ਵਿਸ਼ਵਾਸ ਨਹੀਂ। ਦੇਖੋ, ਨਾ ਇਕੱਲੇ ਬੰਦੇ ਦਾ ਕੰਮ ਹੋ ਸਕਦਾ, ਨਾ ਇਕੱਲਾ ਬੰਦਾ ਕਰ ਸਕਦਾ, ਠੀਕ ਹੈ ਨਾ ਗੱਲ। ਉਹਨਾਂ ਦੇ ਸਿਰ ਦੇ ਉੱਤੇ ਸੱਟਾਂ ਬਹੁਤ ਜ਼ਿਆਦਾ ਵੱਜੀਆਂ, ਜਿਵੇਂ ਰਾੜਾਂ ਵੱਜੀਆਂ ਹੁੰਦੀਆਂ। ਦੂਜੀ ਗੱਲ, ਇਹਦੇ ਪਰਿਵਾਰ ਨੇ ਜਮਾ ਸਹਿਮਤੀ ਨਾਲ ਮਾਰਿਆ, ਕੋਈ ਇਸ 'ਚ ਦੋ ਰਿਹਾ ਨਹੀਂ। ਇਹਦਾ ਮੁੰਡਾ ਵੀ ਨਾਲ ਆ, ਇਹਦੇ ਘਰ ਵਾਲੀ ਵੀ ਨਾਲ ਆ, ਤੇ ਇਹਦਾ ਪਿਓ ਵੀ ਨਾਲ ਆ। ਦੂਜੀ ਗੱਲ, ਹੋ ਸਕਦਾ ਇਹਦੇ ਭਰਾ ਵੀ ਨਾਲ ਹੋਣ। ਦੇਖੋ, ਅਸੀਂ ਇਹ ਕਹਿੰਦੇ ਆ ਵੀ ਜੇ ਉਹ ਦੋਸ਼ੀ ਆ ਕੋਈ ਵੀ ਬੰਦਾ, ਤਾਂ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਉਹ ਨਹੀਂ ਦੋਸ਼ੀ ਤਾਂ ਅਸੀਂ ਉਹਨਾਂ ਨੂੰ ਕੋਈ ਉਹ ਨਹੀਂ ਕਹਿੰਦੇ ਵੀ ਦੇਖੋ, ਜਿਹੜਾ ਸੱਚਾ ਹੈਗਾ ਉਹਦੇ 'ਤੇ ਨਹੀਂ ਪੈਣਾ ਚਾਹੀਦਾ, ਜੋ ਝੂਠਾ ਗਾ ਉਹਨੂੰ ਪੈਣੇ ਚਾਹੀਦਾ। ਪੁਲਿਸ ਨੂੰ ਮਿਲਿਆ, SSP ਨੂੰ ਮਿਲਿਆ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਿਵਾਇਆ ਜੀ ਵੀ ਅਸੀਂ ਉਹਨਾਂ ਦੇ 9 ਪਾਉਂਡ ਦੀ ਮੰਗ ਕਰੀ ਸੀ। ਉਹ ਕਹਿੰਦੇ ਵੀ ਅਸੀਂ ਲੜੀ ਨਾਲ ਸਾਰਾ ਕਰਾਂਗੇ, ਵੀ ਸਾਨੂੰ ਕੇਰਾ ਬੱਚੇ ਦੀ ਤੁਹਾਡੇ ਦੀ ਲਾਸ਼ ਮਿਲ ਜਾਣ ਦਿਓ, ਤੇ ਫਿਰ ਅਸੀਂ ਤੁਹਾਨੂੰ। ਕਿੰਨੀਆਂ ਡੈਡ ਬੋਡੀਆਂ ਬਰਾਮਦ ਹੋ ਗਈਆਂ ਨੇ ਤੁਹਾਨੂੰ? ਜਿਵੇਂ ਪਤਾ ਲੱਗ ਰਿਹਾ ਹੈਗਾ ਕਿ ਉਹਨਾਂ ਦੇ ਸੱਟਾਂ ਵੱਜੀਆਂ, ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਪੁਲਿਸ ਨੂੰ ਬਰਾਮਦ ਕੁਛ ਨਹੀਂ ਹੋਇਆ ਜੀ। ਸਾਨੂੰ ਜਿਹੜਾ ਅਸੀਂ ਸਾਨੂੰ ਨਾ ਇੱਕ ਵਾਰ ਦੱਸਿਆ ਵੀ ਫਤਿਹਗੜ੍ਹ ਸਾਹਿਬ ਦੀ ਉਹਨਾਂ ਦੀ ਲੋਕੇਸ਼ਨ ਆ ਰਹੀ ਹੈ, ਵੀ ਫਤਿਹਗੜ੍ਹ ਸਾਹਿਬ ਦੀ ਲੋਕੇਸ਼ਨ ਆ ਰਹੀ ਆ। ਉੱਥੇ ਅਸੀਂ ਭਾਲਣ ਗਏ ਸੀ, ਤੇ ਉੱਥੇ ਦੇਖਣ ਗਏ ਸੀ ਵੀ ਕਿਸੇ ਗੁਰਦੁਆਰੇ ਜਾਂ ਮੰਦਿਰ 'ਚ ਜਾ ਕੇ ਤੇ ਮੱਥਾ ਟੇਕਣ ਦੀ ਜਾਂ ਕੋਈ ਹੋਵੇ। ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਆਉਂਦੇ ਹੋਇਆਂ ਨੇ ਜਿਹੜੇ ਗੋਤਾਖੋਰ ਆ ਉਹਨਾਂ ਨਾਲ ਰਸਤਾ ਕਾਇਮ ਕੀਤਾ ਵੀ ਤੁਹਾਨੂੰ ਜੇ ਕੋਈ ਡੈੱਡ ਬੋਡੀ ਮਿਲਦੀ ਹੈ ਤਾਂ ਸਾਨੂੰ ਉਹਨਾਂ ਦੀਆਂ ਅਸੀਂ ਫੋਟੋਆਂ ਦੇ ਦਿੱਤੀਆਂ ਜੀ। ਫੋਟੋਆਂ ਦੇ ਕੇ ਉਹਨਾਂ ਦੇ ਨੰਬਰ ਲਿਆਂਦੇ, ਅਸੀਂ ਆਪਦੇ ਨੰਬਰ ਉਹਨਾਂ ਨੂੰ ਦੇ ਆਂਦੇ। ਹਾਂਜੀ, ਸਾਨੂੰ ਤਾਂ ਇਹੀ ਆ ਵੀ ਜਿਹੜੀਆਂ ਉਹਨਾਂ ਦੇ ਸਿਰ ਦੇ ਉੱਤੇ ਸੱਟਾਂ ਬਹੁਤ ਜ਼ਿਆਦਾ ਆ, ਉਹ ਪਤਾ ਨਹੀਂ ਵੀ ਇੰਨੀਆਂ ਜ਼ਿਆਦਾ ਕਿਉਂ ਆ ਤੇ ਕਿਵੇਂ ਆ, ਕਿਵੇਂ ਮਾਰਿਆ, ਬਹੁਤ ਬੁਰੀ ਹਾਲਤ ਨਾਲ ਮਾਰਿਆ। ਤੁਹਾਨੂੰ ਕਿਵੇਂ ਪਤਾ ਲੱਗਿਆ? ਉਹ ਤੁਹਾਨੂੰ ਮੈਂ ਦੱਸਦਾ ਵੀਰ ਜੀ, ਉਹ ਜਿਹੜਾ ਅਸੀਂ ਜਿੱਥੇ ਫੋਟੋਆਂ ਦੇ ਕੇ ਆਏ ਆ, ਉਹ ਗਰੁੱਪ ਨੂੰ ਜਿਹੜੇ ਗੋਤਾਖੋਰ ਆ ਗਏ, ਉਹਨਾਂ ਨੇ ਸਾਨੂੰ ਫੋਟੋਆਂ ਪਾਈਆਂ। इंस्पेक्टर जगजीत सिंह वालों काफ़ी कमेंडेबल वर्क करते हुए एक गुमशुदगी की रिपोर्ट आई सी कि एक सेका पिंड के परिवार के 3 मैंबर
ਜਿਹਦੇ ਵਿੱਚ ਕਿਰਨਜੀਤ ਕੌਰ, ਸੁਖਚੈਨਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀ। ਇਨੀਸ਼ੀਅਲੀ ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ, ਬਾਅਦ 'ਚ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ। ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਰਫ ਕਾਂਤਾ ਨੂੰ ਰਾਉਂਡ ਅਪ ਕੀਤਾ ਗਿਆ। ਬਾਅਦ 'ਚ ਜਦੋਂ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰ ਹੈ ਕੁਲਵੰਤ ਸਿੰਘ ਨਾਲ ਜਾਣ ਪਹਿਚਾਣ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਵੀ ਸੀਗਾ। ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ। 26/10/2025 ਨੂੰ ਨੈਣਾ ਦੇਵੀ ਮੱਥਾ ਟੇਕਣ ਦੇ ਬਹਾਨੇ ਇਹਨਾਂ ਨੂੰ ਉਹ ਹਿਮਾਚਲ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27/10/2025 ਨੂੰ ਪਟਿਆਲਾ ਦੇ ਵਿੱਚ ਵਾਪਰਾ ਡੈਮ ਦੇ ਨੇੜੇ ਇਹਨਾਂ ਨੂੰ ਚਰਾਉਣ ਦੇ ਬਹਾਨੇ ਨਾਲ ਨਹਿਰ ਤੇ ਸੁੱਟਦਾ ਸੀ। और बाद चे जरा ये कुलवंत कांटा है एक वीडियो भी बना के शेयर कर रहा सी जिसमें ये आप कह रहा सी कि मैं सुसाइड कर रहा हूँ, मुझे फैमिली मेंबर सुसाइड करते हैं, इस तरीके ਨਾਲ गुमराह भी कर रहा सी। बाद च ਜਦੋਂ ਪ੍ਰੋਪਰ ਕਲੀਅਰ ਕੀਤਾ ਗਿਆ तो ये ट्रिपल मर्डर केस ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਕਿ ਪਰਿਵਾਰ ਕੋਲ ਲਗਭਗ 6 ਕਿੱਲੇ ਜ਼ਮੀਨ ਸੀ ਔਰ ਉਹਦੇ ਸੇਲ ਤੋਂ ਕੁਝ ਪੈਸੇ ਆਏ ਸੀਗੇ, ਲਗਭਗ 20 ਲੱਖ ਦਾ ਲੈਣ ਦੇਣ ਪੈਂਡਿੰਗ ਸੀਗਾ। ਔਰ ਜਿਹੜੀ ਕਿਰਨਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ ਬਾਰ-ਬਾਰ ਮੰਗੇ ਜਾ ਰਹੇ ਸੀਗੇ, ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਹਾਂ, ਇਹਦੇ ਵਿੱਚ 2 ਬੋਡੀ ਜਿਹੜੀ ਹੈ ਯਾਨੀ ਕਿਰਨਜੀਤ ਕੌਰ ਤੇ ਉਹਦੀ ਬੇਟੀ ਦੀ ਸਿਰਸਾ ਤੋਂ ਬਰਾਮਦ ਕੀਤੀ ਗਈ ਸੀ। ਜਿਹੜਾ ਡਿਸੀਜ਼ਡ ਹਰਮਨਜੀਤ ਸਿੰਘ ਹੈ ਉਹਦੀ ਬੋਡੀ ਹਲੇ ਵੀ ਬਰਾਮਦ ਕਰਨੀ ਬਾਕੀ ਹੈ। ਸਾਡੀ ਟੀਮ ਹਰਿਆਣੇ ਵੀ ਗਈ ਹੈ ਔਰ ਹਰਿਆਣਾ ਪੁਲਿਸ ਨਾਲ ਵੀ ਸਾਡਾ ਰਾਬਤਾ ਕਾਇਮ ਹੈ। ਅਸੀਂ ਉਹਦੀ ਹਿਫਾਜ਼ਤ ਕਰ देखो जो एक बॉडी सीगी किरणजीत कौर दी, ये बॉडी सिर से मिली सीगी और उसके बाद से पुलिस वालों संस्कार किया गया सीगा एज पर लॉ आफ्टर 3 डेज जी। यही पता लगा कि उन्होंने बॉडी की भी जी बिल्कुल दूसरी बॉडी कितों मिली सर सुखचैनप्रीत कौर वो भी सिरसा देवी से मिली सर। ਇਹ ਕੁਲਵੰਤ ਸਿੰਘ ਨੇ ਇਹੀ ਮੰਨਿਆ ਵੀ ਇਕੱਲੇ ਨੇ ਅੰਜਾਮ ਦਿੱਤਾ ਜਾਂ ਸਰ ਕਤਲ ਕਿਉਂ ਕੀਤਾ ਗਿਆ ਜੀ? ਇਹ तो कतल के पीछे ਜਿਹੜੀ ਜ਼ਮੀਨ ਦੇ ਪੈਸੇ ਦੀ ਲੈਣ ਦੇਣ ਹੈ ਉਹ ਸਾਹਮਣੇ ਆ ਰਹੀ ਹੈ। ਪ੍ਰਾਇਮ ਜੋ ਜਿਹੜੀ ਮੁੱਢਲੀ ਤਫਤੀਸ਼ ਉਹਦੇ ਵਿੱਚ 20 ਲੱਖ ਦਾ ਲੈਣ ਦੇਣ ਪੈਂਡਿੰਗ ਸੀਗਾ ਔਰ ਉਹਦੇ ਤਹਿਤ ਹੀ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ। ਹਲੇ ਇਸ ਬੰਦੇ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਬਾਕੀ, ਬਾਅਦ ਚ ਤਫਤੀਸ਼ ਸੇ ਸਾਰਾ ਐਂਗਲ में ਸਰ ਇੱਕ ਬਿਆਨ ਨੇ ਕਿ ਉਹ ਕਤਲ ਕਰਕੇ ਸਿੱਟੀਆਂ ਗਈਆਂ ਸੀ। ਉਹਦੇ ਕੋਲ ਸਾਰਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਣਾ ਹੈ। ਜਿਹੜੀ ਮੁੱਢਲੀ ਪੁੱਛਗਿੱਛ ਉਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜਾ ਚਰਾਵਾ ਚਰਾਉਂਦੇ ਨਹਿਰ ਦੇ ਵਿੱਚ ਉਹਦੇ ਬਹਾਨੇ ਪਹਿਲੇ ਮਦਰ ਤੇ ਬੇਟੀ ਨੂੰ ਸੁੱਟਤਾ ਸੀ, ਬਾਅਦ ਚ ਮੁੰਡੇ ਨੂੰ ਥੋੜਾ ਅੱਗੇ ਜਾ ਕੇ ਨਹਿਰ ਦੇ ਵਿੱਚ ਸੁੱਟਤਾ ਸੀ। ਸਰ ਦੋਸ਼ੀ ਇਹ ਇਕੱਲਾ ਬੰਦਾ ਹੀ ਹੈ ਜਾਂ ਹੋਰ ਵੀ ਨੇ? ਕਿਉਂਕਿ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਪਿੰਡ ਵਾਸੀ ਨੇ ਉਹ ਕਹਿ ਰਹੇ ਨੇ ਕਿ ਇਹਦੇ ਚ ਉਹਦਾ ਸਾਰਾ ਜਿਹੜੀ ਸਾਰੀ ਫੈਮਿਲੀ ਹੈ ਉਹ ਜ਼ਿੰਮੇਵਾਰ ਹੈ। तो वो सारा एंगल भी ਅਸੀਂ वेरीफाई करेंगे। इन केस कोई कॉन्स्पिरेसी ਦੇ ਵਿੱਚ ਕਿਸੇ ਹੋਰ ਦਾ ਨਾਮ ਵੀ ਆਉਂਦਾ ਅਸੀਂ ਉਹ ਵੀ ਕਲੀਅਰ ਕਰਾਂਗੇ। ਜਿਵੇਂ ਜੀ ਇੱਕ ਨੌਜਵਾਨ ਮੁੰਡਾ 22 ਸਾਲ ਦਾ ਹਰਮਨਜੀਤ ਤੇ 2 ਲੇਡੀਜ਼ ਹੈ, ਇਹਨਾਂ ਨੂੰ ਇੱਕ ਬੰਦੇ ਵੱਲੋਂ ਜਿਹੜਾ 45 ਸਾਲ ਦਾ ਧੱਕਾ ਦੇਣਾ ਸਰ ਸਾਜ਼ਿਸ਼ ਹੋ ਰਿਹਾ। ਜਿਹੜੀ ਮੁੱਢਲੀ ਪੁੱਛਗਿੱਛ ਉਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਪਹਿਲੇ ਮਦਰ ਤੇ ਡਾਟਰ ਨੂੰ ਇਹ ਨਹਿਰ ਦੇ ਨੇੜੇ ਨਹੀਂ ਲੈ ਗਿਆ। ਉਸ ਵੇਲੇ ਜਿਹੜਾ ਇਹ ਹਰਮਨਜੀਤ ਸਿੰਘ ਗੱਡੀ ਵਿੱਚ ਹੀ ਬੈਠਾ ਸੀਗਾ। ਬਾਅਦ 'ਚ ਕਹਿੰਦਾ ਕਿ ਉਹ ਸਲਿਪ ਕਰ ਗਏ ਨਹਿਰ ਦੇ ਵਿੱਚ। ਬਾਅਦ 'ਚ ਮੁੰਡੇ ਨੂੰ ਅੱਗੇ ਲੈ ਜਾਂਦਾ, ਉੱਥੇ ਕੋਈ ਚਾਲਾਕੀ ਨਾਲ ਉਹਨੂੰ ਵੀ ਨਹਿਰ ਦੇ ਵਿੱਚ ਸੁੱਟ ਦਿੰਦਾ। ਸਰ ਦੋਨੋਂ ਬੋਡੀ ਦਾ ਸੰਸਕਾਰ ਹੋ ਗਏ? ਇੱਕ ਦਾ ਹੋਇਆ ਜੀ। ਇਹ ਬੰਦਾ ਕਰਦਾ ਕੀ ਹੈ ਜੀ ਜਾਂ ਇਹਨੇ ਪੈਸੇ ਕਿਵੇਂ ਇਹਦੇ ਰਾਹੀਂ ਆਏ ਸੀ? ਇਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਬਿਕੋਜ਼ ਕੱਲ ਰਾਤ ਨੂੰ ਹੀ ਇਹ ਪਟਿਆਲਾ ਦੇ ਨੇੜੇ ਅਰੈਸਟ ਕੀਤਾ ਗਿਆ ਹੈ। ਅੱਜ ਇਹਦਾ ਰਿਮਾਂਡ ਲਿੱਤਾ ਜਾਵੇਗਾ, ਉਸ ਤੋਂ ਬਾਅਦ ਸਾਰੀ ਐਂਗਲ ਵੈਰੀਫਾਈ ਕੀਤੀ ਸਰ ਆਪ ਮੈਰਿਡ ਹੈ ਲੜਕਾ ਕੁਲਵੰਤ ਸਿੰਘ? ਹਾਂ ਜੀ ਆਪ ਹੀ ਕੋਈ ਬੱਚੇ ਨੇ? ਹਾਂ ਜੀ ਇਹਨਾਂ ਦੇ ਫੈਮਿਲੀ ਹੈ, ਉਹ ਆਲ ਵੈਰੀਫਾਈ ਕਰਕੇ ਕਿੰਨੇ ਦੀ ਬਸ ਫੈਮਿਲੀ ਦੇ ਵਿੱਚ। ਜਿਹੜਾ ਸਰ ਇਹ ਵੀਡੀਓ ਵਾਇਰਲ ਕੀਤੀ ਸੀ ਨੇ ਵੀ ਮੇਰੇ ਨਾਲ 30 ਲੱਖ ਦੀ ਠੱਗੀ ਹੋ ਗਈ, 18 ਲੱਖ ਵਾਪਸ ਹੋ ਗਿਆ, 12 ਲੱਖ ਮੈਂ तो इस करके वो इस ना मतलब जो षड्यंत्र उन्हें गुमराह करने वास्ते बना रहा है। ਸਰ ਕਿਸ ਅੰਦਰ ਸੈਕਸ਼ਨ ਤੇ ਮਾਮਲਾ ਦਰਜ? ये देखो थाना सदर ਦੇ ਵਿੱਚ 181 ਨੰਬਰ ਮੁਕੱਦਮਾ ਦਰਜ ਕੀਤਾ ਗਿਆ, 140 BNS ਤੇ 127 BNS ਦੇ ਤਹਿਤ। ਇਹਦੇ ਵਿੱਚ 302 ਦਾ ਵੀ ਵਾਧਾ ਹੋਣਾ ਹੈ। ਸਰ ਪੂਰਾ ਮਾਮਲਾ ਇਹ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਇਹ ਸਾਰੇ ਕਤਲ ਕੀਤੇ ਜੀ ਜੀ ਸਰ 302 ਦਾ ਵਾਧਾ ਹਲੇ ਹੋਣਾ ਹੈ। हाँ जी ये हो गया, अभी भी गारंटी पै गई। ਸਰ ਜਿਵੇਂ ਪਿੰਡ ਵਾਲੇ ਆ ਕੇ ਵੱਡੀ ਗਿਣਤੀ ਤੁਹਾਡੇ ਕੋਲ ਪਹੁੰਚੇ ਨੇ, ਉਹਨਾਂ ਨਾਲ ਵੀ ਕੋਈ ਗੱਲਬਾਤ? ਅਸੀਂ ਪਿੰਡ ਵਾਲੇ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ। ਉਹ ਜਿਹੜਾ
फैक्ट्स सानू दसने ਉਹਦੇ अकॉर्डिंगली ਅਸੀਂ तफ्तीशी सारा फैक्ट्स ला के हमारे साथ पंजाब के केसरी पर बने हुए हैं एसएसपी बरनाला श्री सरफराज आलम आईपीएस, जिन्होंने पहले ज़िले में नशे की कमर तोड़ दी। अब अपराधियों को भी सिर उठाने नहीं दिया जा रहा। इन्होंने बहुत बड़ा एक ट्रिपल मर्डर केस जो गांव बरनाला के गांव सेखा में हुआ था वो ट्रेस किया है। अपने एसएसपी साहब, आपका पंजाब केसरी पर बहुत बहुत स्वागत है जी। धन्यवाद जी। ये क्या था पूरा मामला जो ट्रिपल मर्डर केस हुआ है अपने गांव सेखा में, ये क्या पूरा मामला क्या था जी? बरनाला पुलिस ने एक ट्रिपल मर्डर केस को क्रैक किया है। बेसिकली 26/10/2025 को एक गुमशुदगी की रिपोर्ट आई थी कि एक परिवार के 3 मेंबर लापता हैं। तो उस टाइम ही अपनी पुलिस एक्टिव हो गई थी और सारे ह्यूमन इंटेलिजेंस और टेक्निकल इंटेलिजेंस को यूज़ करके हमें एक सस्पेक्ट कुलदीप कांता उसके पीछे लग गए थे। बाद में थाना सदर में FIR नंबर 181 दर्ज किया गया ਸੀ और हमें परसों एक डेड बॉडी सिरसा में रिकवर हुई थी। साथ ही हमारी टीम वहाँ पहुँच गई। बाद में वो आइडेंटिफाई हुआ कि रंजीत कौर उसकी डेड बॉडी थी। बाद में उसकी बेटे की भी डेड बॉडी मिल गई। तो सारे एंगल को जब वेरीफाई किया गया तो इसमें कुलदीप सिंह को राउंड अप किया गया और जब उसकी पूछगिछ की गई तो ये सामने आया कि कुलदीप सिंह ने कुछ 6 किले ज़मीन रंजीत कौर के सेल किए थे। बाद में कुछ पैसे का लेन देन था 20 लाख के आसपास और रंजीत कौर जब बार बार पैसे वापस मांग रहे थे तो कुलदीप सिंह उर्फ कांता ने इस वारदात को अंजाम दिया। बेसिकली उनको नैना देवी मत्था टेकने के बहाने वो हिमाचल ले गया था। वापसी समय पटियाला में भाखड़ा नहर के पास पहले मदर और डॉटर को उसने फेंक दिया था, बाद में बेटे को, और बाद में इस एंगल को सुसाइड का भी एंगल देने की कोशिश वो कर रहा था। आप भी गैप था। जो वो अपने लेडीज है वो क्या विधवा थी? सुना है कहते वो विधवा थी। ये जो अब अपने दोषी है वो उनके घर दूध डालने का काम करता था, ऐसा भी कुछ सामने आया है? ये हमने थोड़ा वेरीफाई किया है। जो फैमिली थी यानी हस्बैंड की डेथ 15-16 साल पहले हो गई थी और कुलदीप सिंह फैमिली के क्लोज था। फैमिली की देखभाल वगैरह सारा कुछ यही करता था। इसलिए जब ज़मीन सेल भी हुई थी तो उसमें भी कुलदीप सिंह ही वो सारा कुछ हैंडल कर रहा था। ठीक है जी। जिनकी फैमिली इनके कुलदीप सिंह के प्रभाव में थी? हाँ बिल्कुल, उनके प्रभाव में थी, तभी इनके कुलदीप सिंह के कहने पे वो नैना देवी भी इनके साथ चले गए थे। फिर उसने मर्डर को अपने कैसे अंजाम दिया जी? सॉरी, देखिए भाखड़ा नहर के पास पहले जो चावल वाली रस्म होती है उसके बहाने पहले मदर और डॉटर को ले गया, वहाँ पे उनको उसने धक्का दे दिया था और तब तक है ना इनका बेटा गाड़ी में ही बैठा था। बाद में थोड़े आगे जाकर बेटे को भी उसने धक्का दे दिया बहाने से। जब उन्होंने अपनी माँ बेटी को धक्का दे दिया तो उस लड़के ने जो था गाड़ी में बैठा था उसने शोर नहीं मचाया जी? बच्चे को जो अभी मतलब इनिशियल पूछगिछ में सामने आया है कि बेटा गाड़ी में बैठा, इसको पता भी नहीं चला, इसको ये इसने बहाना बनाया कि उनका पैर स्लिप कर गया है। ओके जी। या उनको ढूंढते हैं फिर उसको भी आगे ले जाकर उनको भी धक्का दे दिया। क्या इस पे क्या एक्शन हुआ है जी? अब क्या देखिए जो FIR लॉज हो गई है, कुलदीप सिंह की अरेस्ट हो गई है और हम सारे एंगल को वेरीफाई कर रहे हैं कि इसमें किसी और की कॉन्स्पिरेसी में शमूलियत है या नहीं है। कितनी डेड बॉडी सर अपने ट्रेस हो चुकी है? 2 डेड बॉडी ट्रेस हो गई है और जो लड़का है उसकी डेड बॉडी की तरह से भी जा रही है। सुना है सर वहाँ की पुलिस ने अपने दोनों डेड बॉडी का संस्कार कर दिया है। डेड बॉडी ये सिरसा में रिकवर हुई थी। पुलिस ने जाब्ते अनुसार इसको 72 घंटे रख के बाद में संस्कार कर दिया था। किसका हुआ ये संस्कार? किसका हुआ है? मदर और डॉटर का जी, दोनों का है। जी। और सर क्या है आप अपने मैसेज आज अपने गुरपुरब डे भी है और अच्छी रिकवरी आपने काम भी किया है, जॉब भी अच्छी की है। तो बरनाला पुलिस डे पब्लिक दी राखी के लिए की है। कभी भी कोई काम होगी तो बरनाला पुलिस प्रॉम्प्टली काम करते हुए उस क्राइम को ट्रेस भी करेगी और ये भी इंश्योर करेगी कि क्राइम प्रिवेंशन भी जारी रहे। थैंक यू। यदि SSP बरनाला श्री सरफराज आलम, जिन्होंने अपने बरनाला के गांव सेखा में ट्रिपल मर्डर हुआ था, अंधा ट्रिपल मर्डर था, वो इन्होंने अपने ट्रेस आउट कर लिया है। ये बहुत बड़ी रिकवरी की है और आरोपी को भी पकड़ लिया है। आरोपी को पकड़कर उस पर पूछताछ चल रही है और उस पर बनती कानूनी कार्रवाई भी कर दी है। धन्यवाद। पंजाब केसरी से जितेंद्र देवगन, बरनाला।